ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ ਵਾਹਿਗੁਰੂ ਪੁਨ ਪੁਨ ਸ਼ੀਸ਼ਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਅਧਿਆਇ ਸਤਵਾਂ ਕਬਿਤ द्योत कर चंड में नीत नृप दंड में दान गज कंड में शोभत अपार है। जुगो जुग अटल। शब्द गुरु चवर छत्र तख्त दे मालक धन साहिब श्री गुरु ग्रंथ साहिब महाराज तिन्हां दी बरकतमई पावन हजूरी अंदर संध्या वक्त तो सजे पावन दीवान तिन्हां दियां हाज़रियां भर रहे गुरु सवारे गुरु प्यारे सतसंगी जनों धनता दे योग हो। सतगुरां दी मुबारक हजूरी अंदर बैठ के शुभ गुणां दी प्राप्ति कर रहे हो। चल रही लड़ीवार श्री गुरप्रताप सूरज ग्रंथ तिस दी इतिहास दी विचार जिस विच धन गुरु नानक पातशाह महाराज जी दे बाल अवस्था विच कीते हुए कौतक तिन्हां दा वर्णन आपां कर रहे हाँ। कल दे दीवाना विच जिवें आप जी ने सरवण कीता कि धन गुरु नानक पातशाह महाराज जी नूं
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਗੋਪਾਲ ਪਾਂਧੇ ਕੋਲ ਪੜ੍ਹਨ ਵਾਸਤੇ ਬਾਬਾ ਮਹਿਤਾ ਕਾਲੂ ਜੀ ਦੇ ਰਾਹੀਂ ਭੇਜੇ ਜਾਂਦੇ ਨੇ ਤੇ ਸਤਿਗੁਰੂ ਜੀ ਨੇ ਪਾਂਧੇ ਨੂੰ ਸਹੀ ਲੇਖਾ ਜੋਖਾ ਕੀ ਹੁੰਦਾ ਹੈ ਤਿਸ ਦੀ ਸਿੱਖਿਆ ਦੇ ਕੇ ਮਾਲਕ ਨੇ ਨਵਾਜਿਆ ਤੇ ਅਖੀਰ ਜਿਹੜਾ ਪਾਂਧਾ ਆਪਣੇ ਆਪ ਨੂੰ ਕਹਿੰਦਾ ਸੀ ਮੈਨੂੰ ਬੜਾ ਕੁਝ ਆਉਂਦਾ ਹੈ, ਮੈਨੂੰ ਬਹੁਤ ਗਿਆਨ ਹੈ, ਤੇ ਉਹੀ ਪਾਂਧਾ ਅਖੀਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਪਿਆ ਤੇ ਸਤਿਗੁਰੂ ਜੀ ਮਾਲਕ ਕਿਰਪਾ ਕੀਤੀ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਜਿਹਨੂੰ ਬ੍ਰਹਮ ਦਾ ਗਿਆਨ ਨਹੀਂ ਸੀ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਹਨੂੰ ਫਿਰ ਜਿਹੜਾ ਹੈ ਤਤ ਬੇਤਨ ਕੀ ਪਦਵੀ ਪਾਈ, ਉਹਨੂੰ ਫਿਰ ਮਹਾਗਿਆਨੀ ਦੀ ਅਵਸਥਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਦਾਨ ਕਰ ਦਿੱਤੀ। ਆਓ ਸਤਿਗੁਰੂ ਜੀ ਹੁਣ ਜਿਵੇਂ ਆਪਣੇ ਗ੍ਰਹਿ ਵਿਖੇ ਜਾਂਦੇ ਨੇ, ਅੱਗਿਓਂ ਬਾਬਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਕੀ ਸਵਾਲ ਜਵਾਬ ਕਰਦੇ ਨੇ ਤੇ ਸਤਿਗੁਰੂ ਜੀ ਕਿਵੇਂ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਨੇ। 7ਵੇਂ ਅਧਿਆਏ ਦੀ ਆਰੰਭਤਾ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਧਿਆਇ 7ਵਾਂ ਕਬਿਤ द्योत कर चंड में नीत नृप दंड में दान गज गंड में शोभत अपार है। ਕਵੀ ਜੀ ਕਹਿੰਦੇ ਨੇ ਜਿਵੇਂ ਸੂਰਜ ਦੀਆਂ ਕਿਰਨਾਂ ਵਿੱਚ ਤੇਜ ਹੁੰਦਾ ਹੈ, ਨੀਤ ਨ੍ਰਿਪ ਦੰਡ ਮੈਂ ਰਾਜੇ ਦੇ ਦੰਡ ਵਿੱਚ ਨੀਤੀ ਹੁੰਦੀ ਹੈ ਤੇ ਹਾਥੀ ਦੀਆਂ ਗੱਲਾਂ ਵਿੱਚ ਜਿਹੜਾ ਹੈ ਮੱਧ ਤੇ ਬਹੁਤ ਸ਼ੋਭਾ ਜਿਹੜਾ ਇਹ ਪਾਉਂਦੇ ਹਨ। ਹਵੀ ਜਿਮ ਖੀਰ ਮੈਂ ਤੀਰ ਜਿਮ ਬੀਰ ਮੈਂ ਸੀਰ ਜਿਮ ਨੀਰ ਮੈਂ ਹੋਤ ਸੁਖ ਕਾਰ ਹੈ। ਜਿਵੇਂ ਦੁੱਧ ਵਿੱਚ ਘਿਓ, ਸੂਰਮੇ ਵਿੱਚ ਧੀਰਜ, ਪਾਣੀ ਵਿੱਚ ਸ਼ੀਤਲਤਾ ਬੜੇ ਸੁਖਦਾਇਕ ਹੁੰਦੇ ਹਨ। ਜੌਨ ਜਿਮ ਇੰਦ ਮੈਂ ਗੰਧ ਅਰਬਿੰਦ ਮੈਂ ਮੋਖ ਤਤ ਬਿੰਦ ਮੈਂ ਜਾਨ ਨਿਰਤਾਰ ਹੈ। ਜਿਵੇਂ ਚੰਦਰਮਾ ਵਿੱਚ ਚਾਂਦਨੀ, ਕਮਲ ਦੇ ਵਿੱਚ ਖੁਸ਼ਬੂ ਤੇ ਤਤ ਵੇਤੇ ਵਿੱਚ ਜਿਹੜਾ ਹੈ ਮੋਕਸ਼ ਸੁਭਾਏਮਾਨ ਹੁੰਦੇ ਹਨ। ਸਵੱਛ ਜਸ ਦਾਨ ਮੈਂ ਤਾਨ ਜਿਮ ਗਾਨ ਮੈਂ ਗ੍ਰੰਥ ਗੁਰ ਗਿਆਨ ਮੈਂ ਤੈਸੇ ਰਸ ਸਾਰ ਹੈ। ਜਿਵੇਂ ਦਾਨ ਦੇਣ ਵਿੱਚ ਨਿਰਮਲ ਜਸ ਤੇ ਗਾਇਨ ਵਿੱਚ ਜਿਹੜਾ ਹੈ ਸੁਰ ਹੋਣਾ ਬੜਾ ਜ਼ਰੂਰੀ ਹੈ, ਤਿਵੇਂ ਹੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਦੇ ਵਿੱਚ ਸ੍ਰੇਸ਼ਟ ਰਸ ਜਿਹੜਾ ਹੈ ਉਹ ਸੁਭਾਏਮਾਨ ਹੈ। ਸ਼੍ਰੀ ਬਾਲਾ ਸੰਦੁਰਵਾਚ ਦੋਹਰਾ ਸਹਿਜ ਸੁਭਾਇਕ ਮੁਕਤਤਾ ਆਵਤ ਪਏ ਆਵਾਸ ਪਦ ਨੂੰ ਪ੍ਰਗਟ ਕਿੰਕਨੀ ਸ਼ਬਦ ਹੋਤ ਪ੍ਰਕਾਸ਼। ਸਤਿਗੁਰੂ ਜੀ ਹੁਣ ਆਪਣੇ ਗ੍ਰਹਿ ਵਿਖੇ ਆਏ ਨੇ, ਮੁਕਤੀ ਦੇ ਦਾਤੇ ਮਾਲਕ। ਸਤਿਗੁਰੂ ਜੀ ਜਦੋਂ ਆਪਣੇ ਗ੍ਰਹਿ ਵਿਖੇ ਆਏ, ਜਦੋਂ ਚੱਲਦੇ ਸਨ, ਕਵੀ ਜੀ ਕਹਿੰਦੇ ਉਹਨਾਂ ਦੇ ਹੱਥਾਂ ਦੇ ਵਿੱਚ ਪਾਏ ਹੋਏ ਕੜੇ ਜਿਨ੍ਹਾਂ ਨੂੰ ਘੁੰਗਰੂ ਲੱਗੇ ਸਨ ਤੇ ਇਸ ਪ੍ਰਕਾਰ ਛਣ ਛਣ ਕਰਦੇ ਨੇ, ਮਿੱਠਾ ਸੰਗੀਤ ਪੈਦਾ ਕਰਦੇ ਹਨ। ਚੌਪਈ ਮਾਤ ਬਿਲੋਕਤ ਬੈਨ ਅਲਾਇਓ ਬਿਨਾ ਪ੍ਰਦੋਖ ਸਦਨ ਚਲ ਆਇਓ। ਮਾਤਾ ਤ੍ਰਿਪਤਾ ਜੀ ਜਦ ਪੁੱਤਰ ਨੂੰ ਘਰ ਆਉਂਦੇ ਵੇਖਿਆ ਤੇ ਬੋਲੇ ਸੰਧਿਆ ਹੋਣ ਤੋਂ ਪਹਿਲਾਂ ਹੀ ਤੁਸੀਂ ਘਰ ਆ ਗਏ। ਜਿਵੇਂ ਆਮ ਜਿਹੜਾ ਹੈ ਇਹ ਗੱਲ ਕਹਿ ਹੀ ਦਿੱਤੀ ਜਾਂਦੀ ਹੈ ਜਦੋਂ ਬੱਚਾ ਛੁੱਟੀ ਤੋਂ ਪਹਿਲਾਂ ਆ ਜਾਵੇ ਤੇ ਮਾਤਾ ਜਾਂ ਪਿਤਾ ਜਾਂ ਘਰ ਵਾਲੇ ਕਹਿ ਦਿੰਦੇ ਨੇ ਕਿ ਬੱਚੇ ਹਾਲੇ ਤੇ ਛੁੱਟੀ ਹੋਈ ਨਹੀਂ ਤੇ ਪਹਿਲਾਂ ਹੀ ਆ ਗਿਆ। ਮਾਤਾ ਤ੍ਰਿਪਤਾ ਜੀ ਵੀ ਕਹਿੰਦੇ ਨੇ ਹਾਲੇ ਤੇ ਸੰਧਿਆ ਹੋਈ ਨਹੀਂ, ਸਮਾਂ ਤੇਰਾ ਸਕੂਲ ਦਾ ਹੈ ਤੇ ਤੁਸੀਂ ਪਹਿਲਾਂ ਕਾਹਤੋਂ ਆ ਗਏ ਹੋ। ਤੋਰ ਤਾਤ ਤਾੜੈਂਗੋ ਤਾਤਾ ਹਿਤ ਕਰ ਪੜੋ ਨ ਖੇਲੇ ਰਾਤਾ। ਹੇ ਪੁੱਤਰ ਜੀ,
ਤੁਹਾਡੇ ਜਿਹੜੇ ਪਿਤਾ ਜੀ ਨੇ ਨਾ ਤੁਹਾਨੂੰ ਫਿਰ ਤਾੜਨਗੇ, ਗੁੱਸੇ ਹੋਣਗੇ। ਤੇ ਪ੍ਰੇਮ ਦੇ ਨਾਲ ਪੜ੍ਹੋ, ਖੇਡਾਂ ਵਿੱਚ ਸਮਾਂ ਨਾ ਗਵਾਓ। ਤੁਸੀਂ ਜਿਹੜਾ ਹੈ ਸਕੂਲ ਛੱਡ ਕੇ ਆਏ ਹੋ, ਤੁਸੀਂ ਪਾਠਸ਼ਾਲਾ ਛੱਡ ਕੇ ਆਏ ਹੋ, ਇਹ ਗੱਲ ਠੀਕ ਨਹੀਂ ਹੈ। ਤੁਹਾਡੇ ਪਿਤਾ ਜੀ ਤੁਹਾਡੇ ਤੇ ਗੁੱਸੇ ਹੋਣਗੇ। ਨੈਣ ਨੀਰ ਬਾਰਿਕ ਕੀ ਨਿਆਈ, ਅਵਨੀ ਖਨਤ ਸੰਤ ਸੁਖਦਾਈ। ਬਾਲਕ ਵਾਂਗ ਅੱਖਾਂ ਵਿੱਚ ਹੰਝੂ ਭਰ ਆਏ ਨੇ ਤੇ ਸੰਤਾਂ ਨੂੰ ਸੁੱਖ ਦੇਣ ਵਾਲੇ ਹੁਣ ਥੱਲੇ ਬੈਠ ਕੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਥੱਲੇ ਬੈਠ ਗਏ ਨੇ ਜ਼ਮੀਨ ਤੇ ਜ਼ਮੀਨ ਜਿਹੜਾ ਹੈ ਖੁਰਚਣ ਲੱਗ ਪਏ ਨੇ। ਜਿਵੇਂ ਆਮ ਜਿਹੜਾ ਹੈ ਮੰਨ ਲਓ ਕਿ ਜਦੋਂ ਰੁੱਸਿਆ ਹੋਵੇ ਨਾ ਬੱਚਾ, ਤੇ ਉਹ ਆ ਤੇ ਧਰਤੀ 'ਤੇ ਲੇਟਦਾ ਜਾਂ ਫਿਰ ਅਸਲ ਦੇ ਵਿੱਚ ਬੈਠ ਕੇ ਤੇ ਕੁਝ ਨਾ ਕੁਝ ਕਰਨ ਲੱਗ ਪੈਂਦਾ ਧਰਤੀ 'ਤੇ। ਹੁਣ ਬਾਲ ਅਵਸਥਾ ਹੈ, ਮਾਂ ਦੇ ਸਾਹਮਣੇ ਨੇ ਗੁਰੂ ਸਾਹਿਬ ਜੀ। ਤੇ ਕਵੀ ਜੀ ਕਹਿੰਦੇ ਨੇ ਸਤਿਗੁਰੂ ਜੀ ਹੁਣ ਥੱਲੇ ਬੈਠ ਗਏ ਤੇ ਥੱਲੇ ਬੈਠ ਕੇ ਧਰਤੀ ਨੂੰ ਹੁਣ ਖਰੋਚਣ ਲੱਗੇ ਹਨ। ਕਰ ਸੋ ਕਰ ਗਏ ਕਰ ਪੁਨ ਮਾਤਾ, ਅੰਕ ਬਸਾਈ ਕਹਿਓ ਬਹੁ ਪਾਤਾ। ਇਹ ਵੇਖ ਕੇ ਮਾਤਾ ਜੀ ਨੇ ਬਾਂਹ ਤੋਂ ਫੜਿਆ ਹੈ, ਮਾਤਾ ਤ੍ਰਿਪਤਾ ਜੀ ਨੇ ਬਾਂਹ ਤੋਂ ਫੜ ਕੇ ਤੇ ਗੁਰੂ ਸਾਹਿਬ ਜੀ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਹੈ। ਤੇ ਫਿਰ ਬਹੁਤ ਕੁਝ ਕਹਿਣ ਲੱਗੇ ਨੇ ਗੁਰੂ ਸਾਹਿਬ ਜੀ ਨੂੰ। ਫਿਰ ਜਿਹੜਾ ਕਿਉਂਕਿ ਬਾਲ ਨੇ, ਉਹਨਾਂ ਦੇ ਬੱਚੇ ਨੇ, ਤੇ ਮਾਂ ਦਾ ਜੋ ਫਰਜ਼ ਹੈ ਉਹ ਫਰਜ਼ ਮੁਤਾਬਕ ਗੁਰੂ ਸਾਹਿਬ ਜੀ ਨੂੰ ਫਿਰ ਬਹੁਤ ਕੁਝ ਕਹਿਣ ਲੱਗੇ ਹਨ। ਭੂਖਨ ਅਬਰ ਤੇ ਕਰਵਾਈ, ਭੋਜਨ ਮధుਰ ਲੇਹ ਨਿਤ ਖਾਈ। ਮਾਤਾ ਜੀ ਕਹਿਣ ਲੱਗੇ ਮੈਂ ਤੇਰੇ ਵਾਸਤੇ ਹੋਰ ਗਹਿਣੇ ਕਢਵਾ ਦਿਆਂਗੀ। ਜਿਵੇਂ ਬੱਚੇ ਨੂੰ ਕਹੀਦਾ ਨਾ, ਜਾਂ ਤੈਨੂੰ ਚੀਜ਼ੀ ਦਵਾ ਦਿਆਂਗੇ, ਤੂੰ ਟਾਈਮ ਨਾਲ ਸਕੂਲ ਜਾਇਆ ਕਰ, ਇੱਦਾਂ ਦੇ ਲਾਲਚ ਦਿੱਤੇ ਜਾਂਦੇ ਨੇ ਨਾ। ਹੁਣ ਮਾਂ ਤ੍ਰਿਪਤਾ ਵੀ ਕਹਿੰਦੀ ਹੈ ਬੱਚੇ ਤੇ ਇੱਦਾਂ ਕਰੋ, ਤੁਹਾਡੇ ਵਾਸਤੇ ਮੈਂ ਹੋਰ ਗਹਿਣੇ ਕਢਵਾ ਦਿਆਂਗੀ, ਵਧੀਆ ਜਿਹੜਾ ਹੈ ਸਵਾਦਲਾ ਭੋਜਨ ਨਿੱਤ ਤੁਹਾਨੂੰ ਪਕਾ ਕੇ ਦਿਆ ਕਰਾਂਗੇ, ਤੁਸੀਂ ਸਕੂਲੋਂ ਨਾ ਆਇਆ ਕਰੋ, ਪੜ੍ਹਿਆ ਕਰੋ। ਗੁਰੂ ਸਾਹਿਬ ਜੀ ਨੂੰ ਇੱਦਾਂ ਦੀਆਂ ਗੱਲਾਂ ਸਮਝਾ ਰਹੇ ਹਨ। ਜੇ ਅਬ ਪੜ੍ਹੇ ਪ੍ਰੀਤ ਕਰ ਲੇਖਾ, ਕਾਰਜ ਆਵੇ ਹੋਏ ਵਿਸ਼ੇਖਾ। ਪੁੱਤਰ ਜੀ ਤੁਸੀਂ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਜਦੋਂ ਪੜ੍ਹੋਗੇ ਨਾ ਪਾਠਸ਼ਾਲਾ ਦੇ ਵਿੱਚ ਜਾ ਕੇ ਤੇ ਵੱਡੇ ਹੋਵੋਗੇ, ਤੇ ਫਿਰ ਤੁਹਾਡੇ ਇਹ ਲੇਖਾ ਜੋਖਾ ਜਿਹੜਾ ਸਿੱਖ ਰਹੇ ਜੋ ਨਾ, ਇਹ ਤੁਹਾਡੇ ਬਹੁਤ ਕੰਮ ਆਏਗਾ। ਤੇ ਇਸ ਲਈ ਜਿਹੜਾ ਹੈ ਤੁਸੀਂ ਸਮਾਂ ਬਰਬਾਦ ਨਾ ਕਰੋ। ਤੁਸੀਂ ਇੱਦਾਂ ਨਾ ਆਓ ਵਿੱਚੋਂ ਉੱਠ ਕੇ। ਦੋਹਰਾ ਅਜਰ ਮਾਂਝ ਵਿਚਰਤ ਬਹੁਰ, ਸਾਂਝ ਪਈ ਜੇ ਕਾਲ। ਕਾਲੂ ਆਲਿਆ ਆਏ ਪਿਖ, ਲੋਚਨ ਲਾਲ ਕਿਰਪਾਲ। ਇਸ ਤਰ੍ਹਾਂ ਮਾਤਾ ਜੀ ਹੁਣ ਵਿਹੜੇ ਦੇ ਵਿੱਚ ਬੈਠੇ ਨੇ ਤੇ ਆਪਣੇ ਪੁੱਤਰ ਨੂੰ ਸਮਝਾ ਰਹੇ ਨੇ। ਤੇ ਸਮਝਾਉਂਦਿਆਂ ਹੁਣ ਸ਼ਾਮਾਂ ਪੈ ਗਈਆਂ ਨੇ, ਸੰਧਿਆ ਦਾ ਵਕਤ ਹੋਇਆ ਹੈ। ਚੌਪਈ ਪ੍ਰੇਮ ਮੋਦ ਸੋ ਗਰੇ ਲਗਾਇਓ, ਬੈਸ ਪੰਚ ਪਰ ਅੰਕ ਬਸਾਇਓ। ਜਦ ਮਾਤਾ ਜੀ ਵਿਹੜੇ ਵਿੱਚ ਬੈਠੇ ਨੇ, ਬਾਬਾ ਮਹਿਤਾ ਕਾਲੂ ਜੀ ਵੀ ਆ ਗਏ। ਹੁਣ ਆਪਣੇ ਨੇਤਰਾਂ ਵਾਲੇ ਜਿਹੜਾ ਨਾ, ਪਿਆਰੇ ਨੇਤਰਾਂ ਵਾਲੇ ਸਤਿਗੁਰੂ ਗੁਰੂ ਸਾਹਿਬ ਜੀ ਹੁਣ ਮਾਤਾ ਕੋਲ ਬੈਠੇ ਨੇ। ਤੇ ਬਾਬਾ ਮਹਿਤਾ ਕਾਲੂ ਜੀ ਨੇ ਵੀ ਜਦੋਂ ਵੇਖਿਆ, ਪੜਿਓ ਆਜ ਜੋ ਮੁਝੇ ਸੁਨਾਏ, ਕੋਬਿਦ ਪਾਂਦਾ ਤੁਝੇ ਪੜਾਏ। ਪੁੱਤਰ ਜੀ ਦੱਸੋ ਪਾਂਦਾ ਜੀ ਨੇ ਅੱਜ ਤੁਹਾਨੂੰ ਕੀ ਪੜਾਇਆ ਹੈ, ਕੀ ਸਿੱਖਿਆ ਦਿੱਤੀ ਹੈ? ਮੇਰੇ ਕੋਲ ਬੈਠੋ ਆ ਕੇ, ਮੈਨੂੰ ਸੁਣਾਉਣਾ ਕਰੋ। ਸੁਨ ਕਰ ਪਿਤਾ ਬਚਨ ਨਿਜ ਕਾਨਨ, ਕੇਤਕ ਪੈੜੇ ਕਹਿ ਕਮਲਾਨਨ। ਆਪਣੇ ਪਿਤਾ ਦੇ ਬਚਨ ਜਦੋਂ ਕੰਨਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੁਣੇ ਨੇ, ਤੇ ਕਮਲ ਵਰਗੇ ਮੁਖੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਈ ਪਹਾੜੇ ਸੁਣਾ ਦਿੱਤੇ। ਦੇ ਕੇ ਤੇ ਸਿੱਖਿਆ ਆਏ ਸਨ, ਤੇ ਆਪ ਮਾਲਕ ਪਰਮੇਸ਼ਰ ਸਰੂਪ ਉਹਨਾਂ ਨੂੰ ਕੀ ਨਹੀਂ ਆਉਂਦਾ, ਪਰ ਇੱਕ ਬਾਲਕ ਦਾ ਵੀ ਫਰਜ਼ ਉਹ ਨਿਭਾ ਰਹੇ ਨੇ ਉਸ ਸਮੇਂ। ਤੇ ਜਿੱਥੇ ਕੌਤਬ ਵਿਖਾਉਣੇ ਨੇ ਉੱਥੇ ਵਿਖਾ ਰਹੇ ਨੇ। ਤੇ ਇਸ ਲਈ ਜੋ ਬਾਬਾ ਮਹਿਤਾ ਕਾਲੂ ਜੀ ਨੇ ਸੁਣਿਆ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੁਣਾਇਆ ਹੈ। ਖਿਤੂ ਹੁਤੇ ਸੋ ਬਾਰਿਕ ਆਏ, ਪੁਨ ਉਠ ਕਰ ਤਿਨ ਸੰਗ ਸਿਧਾਏ। ਫਿਰ ਅਸਲ ਦੇ ਵਿੱਚ ਉਹਨਾਂ ਦੇ ਪ੍ਰੇਮੀ ਆ ਗਏ, ਬਾਲਕ ਆ ਗਏ, ਬੱਚੇ ਆ ਗਏ, ਖੇਡਣ ਮਲਣ ਵਾਲੇ। ਤੇ ਗੁਰੂ ਸਾਹਿਬ ਜੀ ਹੁਣ ਉੱਠ ਕੇ ਕਹਿਣ ਲੱਗੇ, ਪਿਤਾ ਜੀ ਹੁਣ ਮੈਂ ਜਾਣਾ ਹੈ, ਤੁਹਾਨੂੰ ਪਹਾੜੇ ਸੁਣਾ ਦਿੱਤੇ ਨੇ, ਜੋ ਸੁਣਿਆ ਸੁਣਾ ਦਿੱਤਾ ਹੈ,
ਹੁਣ ਮੇਰੇ ਸਾਥੀ ਆਏ ਨੇ ਤੇ ਮੈਂ ਹੁਣ ਖੇਡਣ ਜਾਣਾ ਹੈ ਤੇ ਮੈਨੂੰ ਖੇਡਣ ਜਾਣ ਦਿਓ। खेलन लगे बीत का माही चंद चांदनी पूरन जाही। ਬੀਤ ਕਾ ਦਾ ਅਰਥ ਹੁੰਦਾ ਹੈ ਗਲੀ। ਸਤਿਗੁਰੂ ਜੀ ਹੁਣ ਆਪਣੀ ਗਲੀ ਦੇ ਵਿੱਚ ਜਿਹੜਾ ਹੈ ਬੱਚਿਆਂ ਦੇ ਨਾਲ ਖੇਡਣ ਲੱਗ ਪਏ ਨੇ ਤੇ ਚੰਦ ਦਾ ਪੂਰਾ ਚਾਨਣ ਹੋ ਗਿਆ। ਸ਼ਾਮਾਂ ਪਈਆਂ ਸਨ ਉਸ ਸਮੇਂ ਤੇ ਖੇਡਦਿਆਂ ਖੇਡਦਿਆਂ ਹੁਣ ਚੰਦਰਮੇ ਨੇ ਆਪਣੀ ਚਾਂਦਨੀ ਮਾਨੋ ਕਿ ਜਿਹੜਾ ਹੈ ਉਹ ਰੌਸ਼ਨੀ ਦਿੱਤੀ ਹੈ ਧਰਤੀ ਤੇ। श्री मुख नानक पने कहानी भजन भगत सो मिली जुबानी। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਮੁਖ ਤੋਂ ਕਹਾਣੀ ਸੁਣਾਉਣ ਲੱਗੇ ਨੇ। ਫਿਰ ਉਹ ਭਜਨ ਗਾਉਣ ਲੱਗੇ ਜਿਹੜੀ ਬਾਣੀ ਗੁਰੂ ਸਾਹਿਬ ਜੀ ਨੂੰ ਜ਼ੁਬਾਨੀ ਯਾਦ ਹੈ। दोहरा मधुर सुधा सम बचन सुन तूषण होवे बाल। हित ते त्रिपत न चित बिखे चाहे चौप विसाल। ਗੁਰੂ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਵਰਗੇ ਮਿੱਠੇ ਬਚਨ ਸੁਣਾਏ ਨੇ ਤੇ ਨਾਲ ਦੇ ਸਾਥੀਆਂ ਨੇ ਬਾਲਕਾਂ ਨੇ ਜਦੋਂ ਇਹ ਬਚਨ ਸੁਣੇ ਚੁੱਪ ਹੋ ਗਏ। ਜਿਹੜਾ ਉਹ ਵਿਸਾਲ ਇੱਕ ਜਿਹੜਾ ਹੈ ਮਾਨੋ ਕਿ ਟਿਕਾ ਅੰਦਰ ਆਉਂਦਾ ਹੈ ਨਾ। ਹੁਣ ਬੱਚੇ ਜਿਹੜਾ ਹੈ ਸੁਣ ਕੇ ਜੋ ਸਾਥੀ ਸਨ ਸੁਣ ਕੇ ਤ੍ਰਿਪਤ ਹੋ ਗਏ। ਕਹਿੰਦੇ ਕਿਵੇਂ ਸਾਨੂੰ ਇੰਨਾ ਕੁਝ ਆਉਂਦਾ ਨਹੀਂ ਹੈ ਪਰ ਸਾਡੀ ਅਵਸਥਾ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਕਿਉਂਕਿ ਉਹਨਾਂ ਵਾਸਤੇ ਸਾਥੀ ਹੀ ਨੇ ਉਹਨਾਂ ਵਾਸਤੇ ਯਾਰ ਮਿੱਤਰ ਹੀ ਨੇ ਤੇ ਇਸ ਮੁਤਾਬਕ ਜਿਹੜਾ ਹੈ ਉਸ ਸੋਚ ਦੇ ਨਾਲ ਵੇਖਦੇ ਨੇ ਕਿ ਸਾਡਾ ਮਿੱਤਰ ਸਾਡਾ ਦੋਸਤ ਇੰਨਾ ਕੁਝ ਜਾਣਦਾ ਹੈ ਸਾਨੂੰ ਤਾਂ ਕੁਝ ਆਉਂਦਾ ਨਹੀਂ। चौपई जीह कमान बचन ज्यों बाना मधुराई मद पलक समाना। ਇਸ ਪ੍ਰਕਾਰ ਜੀਵ ਜਿਹੜਾ ਹੈ ਨਾ ਕਮਾਨ ਵਰਗੀ ਹੈ। ਗੁਰੂ ਸਾਹਿਬ ਜੀ ਦੇ ਬਚਨ ਬਾਣ ਵਰਗੇ ਨੇ ਤੇ ਮਾਨੋ ਕਿ ਜਿਹੜਾ ਹੈ ਨਾ ਵਿਚਲੀ ਮਿਠਾਸ ਜਿਹੜੀ ਹੈ ਉਹ ਚਿੱਲੇ ਦੇ ਸਮਾਨ ਹੈ। तीखन करे सान चतुराई नाना उक्तिन पंख सुहाई। ਚਤੁਰਾਈ ਰੂਪ ਜਿਹੜਾ ਹੈ ਸਾਨ ਤਿੱਖਿਆਂ ਕਰ ਰਹੀ ਹੈ ਤੇ ਕਈ ਹੋਰ ਯੁਕਤੀਆਂ ਸ਼ੋਭਾ ਪਾ ਰਹੀਆਂ ਹਨ। बाल वृंद हिरदा लच पेदा पाए लटूहा होए अखेदा। ਸਾਰੇ ਬਾਲਕ ਜਿਹੜੇ ਨੇ ਨਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜਦੋਂ ਸ਼ੁਭ ਬਚਨ ਬੋਲਦੇ ਨੇ ਉਹਨਾਂ ਦਾ ਹਿਰਦਾ ਵਿਨਿਆ ਗਿਆ ਤੇ ਸਾਰੇ ਬੜੇ ਮਗਨ ਹੋ ਗਏ ਦੁੱਖ ਰਹਿਤ ਹੋ ਗਏ ਹਨ। तज कर संग सदन नह जावे मात पिता तब आन बुलावे। ਗੁਰੂ ਸਾਹਿਬ ਜੀ ਦਾ ਸੰਗ ਛੱਡ ਕੇ ਉਹ ਘਰਾਂ ਨੂੰ ਨਹੀਂ ਜਾਂਦੇ। ਮੰਨੋ ਕਿ ਜਦੋਂ ਆ ਜਾਂਦੇ ਨੇ ਉਹਨਾਂ ਦਾ ਜੀ ਨਹੀਂ ਕਰਦਾ ਕਿ ਅਸੀਂ ਇਹਨਾਂ ਦਾ ਸਾਥ ਛੱਡੀਏ। ਅੱਗਿਓਂ ਫਿਰ ਉਹਨਾਂ ਬਾਲਕਾਂ ਦੇ ਮਾਤਾ ਪਿਤਾ ਜੀ ਆ ਜਾਂਦੇ ਨੇ ਜਦੋਂ ਬੁਲਾਉਣ ਜਾਂਦੇ ਨੇ ਜ਼ਬਰਦਸਤੀ ਪਕੜ ਕੇ ਜਿਹੜਾ ਹੈ ਉਹਨਾਂ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ। ਕਵੀ ਜੀ ਕਹਿੰਦੇ ਉਹਨਾਂ ਦਾ ਮਨ ਹੀ ਨਹੀਂ ਕਰਦਾ ਕਿ ਅਸੀਂ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਸੰਗ ਛੱਡੀਏ ਸਾਥ ਛੱਡ ਕੇ ਜਾਈਏ। ਜ਼ਬਰਦਸਤੀ ਆਉਂਦੇ ਨੇ ਬੱਚਿਆਂ ਨੂੰ ਪਕੜ ਕੇ ਜਿਹੜਾ ਲੈ ਕੇ ਜਾਂਦੇ ਨੇ। ਚਲੋ ਹੁਣ ਰਾਤ ਪੈ ਗਈ ਹੈ ਹੁਣ ਸੌ ਜਾਓ ਚੱਲ ਕੇ। गै कर ले जावे बरियाई तज न सकई मन बिरमाई। ਉਹ ਆਪਣੇ ਬੱਚਿਆਂ ਨੂੰ ਪਕੜ ਕੇ ਲੈ ਜਾ ਰਹੇ ਨੇ ਤੇ ਪਰ ਉਹਨਾਂ ਬਾਲਕਾਂ ਦਾ ਜਿਹੜਾ ਮਨ ਹੈ ਨਾ ਉਹ ਗੁਰੂ ਦੇ ਕੋਲ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਮਨ ਨੂੰ ਮੋਹ ਲਿਆ ਹੈ। रुचिर बचन की रुच अधिकाई सुन सुन पुन मन होत सवाई। ਗੁਰੂ ਸਾਹਿਬ ਜੀ ਦੇ ਬਚਨਾਂ ਵਿੱਚ ਉਹਨਾਂ ਦੇ ਪ੍ਰਤੀ ਜਿਹੜਾ ਅੰਦਰ ਨਾ ਇੱਕ ਖਿੱਚ ਜੀ ਹੈ ਕਿ ਇਹ ਕੁਝ ਨਾ ਕੁਝ ਸਾਨੂੰ ਕਹਿਣ ਤੇ ਅਸੀਂ ਸੁਣੀਏ। ਮਨ ਦੇ ਵਿੱਚ ਬੜਾ ਖਿਚਾਅ ਹੈ। ਬਾਰ-ਬਾਰ ਸੁਣ ਕੇ ਮਨ ਹੋਰ ਜ਼ਿਆਦਾ ਜਿਹੜਾ ਹੈ ਮੋਹਿਤ ਹੁੰਦਾ ਹੈ। प्रवेश तित बारिक चौ पासा पुण्यवान जिनके अग्नाशा। ਬਾਲਕਾਂ ਨੇ ਫਿਰ ਗੁਰੂ ਸਾਹਿਬ ਜੀ ਨੂੰ ਚਾਰਾਂ ਪਾਸਿਆਂ ਤੋਂ ਘੇਰਿਆ ਹੋਇਆ ਹੈ ਤੇ ਗੁਰੂ ਸਾਹਿਬ ਜੀ ਨੇ ਮਾਨੋ ਕਿ ਉਹਨਾਂ ਦੇ ਪਾਪਾਂ ਦਾ ਵਿਨਾਸ਼ ਕਰ ਰਹੇ ਹਨ। नानक बैसे बीच बिराजे बच सुन जिने सुतर मालाजे। ਗੁਰੂ ਸਾਹਿਬ ਜੀ ਬਾਲਕਾਂ ਦੇ ਵਿੱਚ ਇਵੇਂ ਬੈਠੇ ਹੋਏ ਨੇ ਸ਼ੋਭਾ ਪਾ ਰਹੇ ਨੇ ਜਿਵੇਂ ਕਿ ਇੰਦਰਪੁਰੀ ਦੇ ਵਿੱਚ ਇੰਦਰ ਸਭਾ ਦੇ ਵਿੱਚ ਮਾਨੋ ਕਿ ਜਿਹੜਾ ਇੰਦਰ ਬੈਠਾ ਹੋਵੇ ਉਹ ਵੀ ਸ਼ਰਮਸ਼ਾਰ ਹੋ ਰਿਹਾ ਹੈ। ਗੁਰੂ ਸਾਹਿਬ ਜੀ ਦੀ ਇਹ ਸਭਾ ਗੁਰੂ ਸਾਹਿਬ ਜੀ ਦੀ ਇਹ ਜਿਹੜਾ ਹੈ ਸੰਗਤ ਮਾਨੋ ਕਿ ਬਹੁਤ ਸ਼ੋਭਾ ਪਾ ਰਹੀ ਹੈ। बदन बिलो के निज निज दिस
सो लखें कंड को नह तैं सिस सो। ਉਹ ਆਪੋ ਆਪਣਿਆਂ ਪਾਸਿਆਂ ਤੋਂ ਗੁਰੂ ਸਾਹਿਬ ਜੀ ਨੂੰ ਵੇਖ ਰਹੇ ਨੇ ਤੇ ਸਾਰੇ ਬੱਚਿਆਂ ਦੀਆਂ ਨਿਗਾਹਾਂ ਜਿਹੜੀਆਂ ਨੇ ਨਾ, ਨਜ਼ਰਾਂ ਗੁਰੂ ਸਾਹਿਬ ਜੀ ਦੇ ਮੁਖੜੇ ਨੂੰ ਤੱਕ ਰਹੀਆਂ ਹਨ। सब मन जाने मुझे सुनावे, रोक रखी कर सुने मन पावे। ਸਾਰੇ ਮਨ ਵਿੱਚ ਇਹੀ ਜਾਣਦੇ ਨੇ ਕਿ ਮੈਨੂੰ ਹੀ ਸੁਣਾ ਰਹੇ ਨੇ ਗੁਰੂ ਸਾਹਿਬ ਜੀ। ਉਹ ਇਹ ਨਹੀਂ ਕਹਿੰਦੇ ਕਿ ਫਲਾਣੇ ਨੂੰ ਸੁਣਾ ਰਹੇ, ਨਹੀਂ, ਗੁਰੂ ਸਾਹਿਬ ਜੀ ਦੇ ਬਚਨ ਮੁਖ ਤੋਂ ਨਿਕਲ ਰਹੇ ਨੇ। ਜਿਤਨੇ ਵੀ ਬੱਚੇ ਬੈਠੇ ਨੇ ਜਾਂ ਜਿਤਨੇ ਵੀ ਸਾਥੀ ਨੇ, ਹਰ ਕੋਈ ਇਹੋ ਹੀ ਸੋਚ ਰਿਹਾ ਗੁਰੂ ਸਾਹਿਬ ਜੀ ਮੈਨੂੰ ਹੀ ਕਹਿ ਰਹੇ ਨੇ, ਮੇਰੇ ਨਾਲ ਗੱਲਾਂ ਕਰ ਰਹੇ ਨੇ। ਤੇ ਇਸ ਪ੍ਰਕਾਰ ਆਪਣੀਆਂ ਇੰਦਰੀਆਂ ਨੂੰ ਰੋਕ ਕੇ ਉਹ ਮਨ ਭਾਉਂਦੇ ਬਚਨ ਜਿਹੜੇ ਗੁਰੂ ਸਾਹਿਬ ਜੀ ਤੋਂ ਸੁਣ ਰਹੇ ਹਨ। दोहरा मिल बालिक सो खेलते चल आए निज धाम, अन्न खाए कर मात ते सूते तन अभिराम। ਹੁਣ ਆਪਣੇ ਸਾਥੀਆਂ ਨਾਲ ਰਲ ਮਿਲ ਕੇ ਖੇਡਦੇ ਨੇ ਤੇ ਖੇਡ ਮਲ ਕੇ ਹੁਣ ਵਾਪਸ ਆਏ ਨੇ ਆਪਣੇ ਧਾਮ ਭਾਵ ਘਰ ਦੇ ਵਿੱਚ। ਮਾਤਾ ਜੀ ਪਾਸੋਂ ਭੋਜਨ ਛਕਿਆ ਹੈ ਤੇ ਛਕ ਕੇ ਫਿਰ ਸੁੰਦਰ ਸਰੀਰ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੌਂ ਗਏ ਹਨ। चौपई जाम जामनी जागन नेमा, जब का तन तरदानी छेमा। ਮੁਕਤੀ ਦੇ ਦਾਤੇ ਪਹਿਰ ਰਾਤ ਰਹਿੰਦਿਆਂ ਨੇਮ ਨਾਲ ਜਾਗ ਪੈਂਦੇ ਨੇ। ਪਹਿਰ ਰਾਤ ਰਹਿੰਦੇ ਭਾਵ 4 ਪਹਿਰ, ਇੱਕ ਪਹਿਰ 3 ਘੰਟਿਆਂ ਦਾ ਹੁੰਦਾ ਹੈ। 24 ਘੰਟਿਆਂ 'ਚ 8 ਪਹਿਰ ਹੁੰਦੇ ਨੇ। 12 ਘੰਟੇ ਦਿਨ ਦੇ ਤੇ 12 ਘੰਟੇ ਜਿਹੜਾ ਹੈ ਰਾਤ ਦੇ। ਤੇ ਇਹਨਾਂ ਦੇ ਵਿੱਚ 4 ਪਹਿਰ ਦਿਨ ਦੇ ਤੇ 4 ਪਹਿਰ ਰਾਤ ਦੇ। ਤੇ ਰਾਤ ਦਾ ਜੋ ਅਖੀਰਲਾ ਪਹਿਰ ਹੈ ਉਹ ਹੈ 3 ਤੋਂ 6 ਵਜੇ ਦਾ, ਜਿਸ ਵਿੱਚ ਨੇਮੀ ਪੁਰਖ ਜਿਹੜੇ ਨੇ, ਨਿਤਨੇਮੀ ਅੰਮ੍ਰਿਤ ਵੇਲਾ ਸਾਂਭਣ ਵਾਲੇ, ਉਹ ਉੱਠਦੇ ਨੇ ਤੇ ਰੱਬ ਦੀ ਇਬਾਦਤ ਦੇ ਵਿੱਚ ਜੁੜਦੇ ਨੇ, ਕਿਉਂਕਿ ਇਹ ਸਮਾਂ ਬੜਾ ਸ਼ਾਂਤਮਈ ਹੁੰਦਾ ਹੈ। ਕਦੀ ਜਿਹੜਾ ਹੈ ਤੁਸੀਂ ਇਸ ਸਮੇਂ ਦੇ ਵਿੱਚ ਉੱਠ ਕੇ ਇਸ ਮਾਹੌਲ ਨੂੰ ਦੇਖੋਗੇ, ਇੱਥੇ ਤੱਕ ਕਿ ਚਿੜੀ ਵੀ ਨਹੀਂ ਚੂਕਦੀ, ਇੰਨਾ ਸ਼ਾਂਤਮਈ ਹੁੰਦਾ ਹੈ। ਤੇ ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਦਾ ਨੇਮ ਹੈ, ਜਾਗਦੇ ਨੇ। ਜਬ ਕਾ ਤਨ ਧਰ ਦਾਨੀ ਛੇਮਾ, ਸਵੇਰ ਹੋਣ ਤੇ ਫਿਰ ਗੁਰੂ ਸਾਹਿਬ ਜੀ ਇਸ਼ਨਾਨ ਕਰਦੇ ਹਨ। और पई कीनो इशनाना, पट पहरे सुंदर विदनाना। ਜਦੋਂ ਸਵੇਰ ਹੋਈ ਹੈ, ਮਾਲਕ ਨੇ ਫਿਰ ਇਸ਼ਨਾਨ ਕਰਨਾ ਹੈ, ਫਿਰ ਸੁੰਦਰ ਬਸਤਰ ਆਪਣੇ ਤਨ ਤੇ ਪਹਿਰ ਲੈਣੇ ਹਨ। दिवस चरे कालू के हाथा, ले चट सार चलियो निज साथा। ਹੁਣ ਰੋਜ਼ ਦੀ ਤਰ੍ਹਾਂ ਬਾਬਾ ਮਹਿਤਾ ਕਾਲੂ ਜੀ, ਦਿਨ ਚੜ੍ਹਿਆ ਹੈ, ਹੁਣ ਨਹਾਤੇ ਧੋਤੇ ਨੇ, ਤਨ ਤੇ ਸੁੰਦਰ ਬਸਤਰ ਸਜਾਏ ਨੇ। ਤੇ ਬਾਬਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਦਾ ਹੱਥ ਫੜਿਆ, ਭਾਵ ਗੁਰੂ ਸਾਹਿਬ ਜੀ ਦਾ ਹੱਥ ਪਕੜ ਕੇ, ਤੇ ਲੈ ਚਟਸਾਰ ਚੱਲਿਓ ਨਿਜ ਸਾਥਾ। ਚਟਸਾਰ ਦਾ ਅਰਥ ਹੈ ਪਾਠਸ਼ਾਲਾ, ਸਕੂਲ। ਗੁਰੂ ਸਾਹਿਬ ਜੀ ਨੂੰ ਸਕੂਲ ਲੈ ਕੇ ਚੱਲ ਪਏ ਹਨ। पांदे सो बोलियो हित तर के, देव पढ़ाई दे रुच करके। ਪਾਠਸ਼ਾਲਾ ਪਹੁੰਚ ਕੇ, ਸਕੂਲ ਪਹੁੰਚ ਕੇ ਗੋਪਾਲ ਪਾਂਧਾ ਜੀ ਨੂੰ ਕਹਿਣ ਲੱਗੇ ਨੇ, ਤੁਸੀਂ ਜਿਹੜਾ ਹੈ ਮੇਰੇ ਬਾਲਕ ਨੂੰ ਬੜਾ ਸੋਹਣਾ ਪੜ੍ਹਾਇਆ ਹੈ। ਉਹ ਵੀ ਹੈਰਾਨ ਹੈ, ਅਗਲਾ ਮੈਂ ਤੇ ਪੜ੍ਹਾਇਆ ਹੀ ਨਹੀਂ, ਇਹਨਾਂ ਨੇ ਤੇ ਮੈਨੂੰ ਪੜ੍ਹਾ ਦਿੱਤਾ। ਉਹ ਸੋਚ ਰਹੇ ਨੇ ਕਿ ਕੀ ਗੱਲ ਹੈ। ਉਹ ਵੀ ਹੈਰਾਨ ਨੇ ਕਿ ਮੈਂ ਤੇ ਇਹਨਾਂ ਨੂੰ ਕੋਈ ਸਿੱਖਿਆ ਦਿੱਤੀ ਹੀ ਨਹੀਂ। ਤੇ ਅਸਲ ਦੇ ਵਿੱਚ ਜਿਹੜਾ ਹੈ ਫਿਰ ਕਹਿ ਕੇ ਆਏ ਨੇ ਕਿ ਤੁਸੀਂ ਹੋਰ ਚੰਗੇ ਤਰੀਕੇ ਨਾਲ, ਪ੍ਰੇਮ ਦੇ ਨਾਲ ਪੜ੍ਹਾਉਣਾ ਹੈ। ਕੱਲ ਮੈਂ ਜੋ ਸੁਣਿਆ ਇਹਨਾਂ ਨੇ ਸੁਣਾ ਦਿੱਤਾ। ਤੇ ਇਸ ਲਈ ਜਿਹੜਾ ਹੈ ਤੁਸੀਂ ਇਸੇ ਪ੍ਰਕਾਰ ਮੇਰੇ ਬੱਚੇ ਨੂੰ ਪੜ੍ਹਾਉਣਾ ਹੈ। सुन बोलियो मन सो कर बंधन, विद्या निपुणम कमत निकंदन। ਹੁਣ ਰਿਹਾ ਨਹੀਂ ਗਿਆ ਗੋਪਾਲ ਪਾਂਧਾ ਜੀ ਤੋਂ। ਕਹਿਣ ਲੱਗੇ ਮਹਿਤਾ ਕਾਲੂ ਜੀ, ਅਸਲ ਦੇ ਵਿੱਚ ਸੁਨ ਬੋਲਿਓ ਮਨ ਸੋ ਕਰ ਬੰਧਨ, ਵਿਦਿਆ ਨਿਪੁੰਨ ਕਮਤ ਨਿਕੰਦਨ। ਇਹ ਸੁਣ ਕੇ ਪੰਡਤ ਜੀ ਨੇ ਫਿਰ ਬਾਬਾ ਮਹਿਤਾ ਕਾਲੂ ਜੀ ਨੂੰ ਨਮਸਕਾਰ ਕੀਤੀ ਹੈ ਤੇ ਇਹ ਗੱਲ ਕਹੀ ਹੈ
ਕਿ ਇਸ ਨੂੰ ਕੀ ਪੜ੍ਹਾਉਣਾ ਹੈ, ਇਹ ਤਾਂ ਧੁਰ ਤੋਂ ਹੀ ਵਿੱਦਿਆ ਪ੍ਰਾਪਤ ਕਰਕੇ ਆਇਆ ਹੈ। ਮੇਰੇ ਵਿੱਚ ਤਾਕਤ ਨਹੀਂ ਹੈ ਇੰਨੀ ਕਿ ਮੈਂ ਇਹਨਾਂ ਨੂੰ ਪੜ੍ਹਾ ਸਕਾਂ। ਮੇਰੀ ਵਿੱਦਿਆ ਤੇ ਇਹਨਾਂ ਦੇ ਸਾਹਮਣੇ ਕੁਛ ਵੀ ਨਹੀਂ। ਹੁਣ ਬਾਬਾ ਮਹਿਤਾ ਕਾਲੂ ਵੀ ਹੈਰਾਨ ਹੈ ਕਿ ਕੀ ਕਹਿ ਰਹੇ ਨੇ। ਗੋਪਾਲ ਪਾਂਧਾ ਜੀ ਤੁਸੀਂ ਕੀ ਕਹਿ ਰਹੇ ਜੋ? ਤੇ ਅੱਗਿਓਂ ਪਾਂਧਾ ਜੀ ਕਹਿੰਦੇ ਮੈਂ ਸੱਚ ਕਹਿ ਰਿਹਾ ਹਾਂ। ਅਸਲ ਦੇ ਵਿੱਚ ਇਹ ਤੇ ਜਿਹੜਾ ਹੈ ਨਿਪੁੰਨ ਨੇ, ਇਹ ਧੁਰ ਤੋਂ ਵਿੱਦਿਆ ਪ੍ਰਾਪਤ ਕਰਕੇ ਆਏ ਹਨ। ਇਸ ਤੇ ਅਧਿਕ ਜੋ ਹੋਏ ਪੜਾਵੇ, ਜਗਤ ਮਾਏ ਸਮ ਕੋ ਨ ਦਸਾਵੇ। ਇਸ ਤੋਂ ਵੱਧ ਕੋਈ ਜਾਣਦਾ ਹੋਵੇ ਤਾਂ ਪੜ੍ਹਾਵੇ ਕੋਈ। ਹੁਣ ਮੰਨ ਲਓ ਕਿ ਜਿਹੜੀ ਸਿੱਖਿਆ ਹੈ ਪ੍ਰਾਪਤ, ਦੂਸਰਾ ਯਤਨ ਕਰੇ ਕਿ ਹਾਂ ਮੈਂ ਇਹਨੂੰ ਪੜ੍ਹਾ ਦੇਵਾਂ, ਉਹਦਾ ਭਾਵ ਤੇ ਹੋਏਗਾ ਕਿ ਹਾਂ ਜੇਕਰ ਅਗਲਾ ਬੰਦਾ ਸਿੱਖਿਆ ਤੋਂ ਉੱਪਰ ਹੈ, ਜਿਤਨੀ ਮੰਨ ਲਓ ਕਿ ਕਿਸੇ ਦੀ ਸਿੱਖਿਆ ਹੈ ਉਹ ਤੋਂ ਵਧੇਕ ਦੂਸਰੇ ਦੀ ਸਿੱਖਿਆ ਹੈ, ਫਿਰ ਤੇ ਪੜ੍ਹਾਉਂਦਾ ਉਹ ਚੰਗਾ ਲੱਗਦਾ ਹੈ। ਤੇ ਜਿਹਦੇ ਕੋਲ ਸਿੱਖਿਆ ਹੀ ਮੰਨ ਲਓ ਕਿ ਕੁਝ ਵੀ ਨਹੀਂ ਹੈ ਕਹਿ ਲਓ ਉਹਨਾਂ ਦੇ ਬਰਾਬਰ, ਤੇ ਉਹ ਕਿਵੇਂ ਜਿਹੜਾ ਹੈ ਉਹਨਾਂ ਨੂੰ ਸਿੱਖਿਆ ਦੇ ਸਕਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਧੁਰ ਤੋਂ ਕਹਿਣ ਲੱਗੇ ਵਿੱਦਿਆ ਪ੍ਰਾਪਤ ਕਰਕੇ ਆਏ ਨੇ। ਇਸ ਲਈ ਜੇਕਰ ਇਹਨਾਂ ਤੋਂ ਵੱਧ ਕੋਈ ਜਾਣਦਾ ਹੋਵੇ ਤਾਂ ਪੜ੍ਹਾ ਸਕਦਾ ਹੈ। ਤੇ ਸੰਸਾਰ ਵਿੱਚ ਮੈਂ ਸੋਚਦਾ ਹਾਂ, ਮੇਰੀ ਜੋ ਸੋਚਣੀ, ਮੇਰਾ ਜੋ ਵਿਚਾਰ ਹੈ ਕਿ ਇਹਨਾਂ ਦੇ ਬਰਾਬਰ ਕੋਈ ਹੈ ਨਹੀਂ ਜਿਹੜਾ ਇਹਨਾਂ ਨੂੰ ਸਿੱਖਿਆ ਦੇ ਸਕੇ, ਇਹਨਾਂ ਨੂੰ ਪੜ੍ਹਾ ਸਕੇ। ਦੋਹਰਾ ਸੁਤ ਕੋ ਸੁਤ ਨ ਜਾਣਿਓ ਹੈ ਕੇ ਕੋ ਅਵਤਾਰ, ਬਿਨਾ ਪੜ੍ਹੇ ਹੀ ਪੜ੍ਹ ਰਿਓ ਸਭਿਨ ਪੜਾਵਨ ਹਾਰ। ਇਹ ਪੁੱਤਰ ਨਾ ਸਮਝੋ ਇਹਨਾਂ ਨੂੰ, ਇਹ ਤੇ ਕੋਈ ਅਵਤਾਰ ਹੈ। ਇਹ ਤੇ ਅਸਲ ਦੇ ਵਿੱਚ ਕੋਈ ਸਰਵ ਸ਼ਕਤੀਮਾਨ ਹੈ, ਕੋਈ ਆਮ ਬਾਲਕ ਨਹੀਂ ਹੈ। ਇਹਨਾਂ ਨੂੰ ਆਪਣਾ ਜਿਹੜਾ ਚਲੋ ਤੁਹਾਡਾ ਪੁੱਤਰ ਹੈ ਠੀਕ ਹੈ, ਪਰ ਇਹ ਆਮ ਕੋਈ ਪੁੱਤਰ ਨਹੀਂ, ਆਮ ਕੋਈ ਬੱਚਾ ਨਹੀਂ, ਇਹ ਅਵਤਾਰੀ ਪੁਰਖ ਹੈ। ਇਸ ਲਈ ਇਹ ਤਾਂ ਬਿਨਾਂ ਪੜ੍ਹਾਏ ਹੀ ਜਿਹੜਾ ਹੈ ਪੜ੍ਹਿਆ ਹੋਇਆ ਹੈ ਤੇ ਸਭ ਕੁਝ ਪੜ੍ਹਾਉਣ ਯੋਗ ਹੈ। ਚੌਪਈ ਇਸ ਪੜ੍ਹਨੇ ਕੇ ਪਰੋ ਨ ਖਿਆਲੇ, ਸਭ ਕਰਤਾ ਜੋ ਵਿਦਿਆ ਜਾਲੇ। ਇਸ ਲਈ ਮੈਂ ਕਹਿਣਾ ਹੈ ਕਿ ਇਹਨਾਂ ਨੂੰ ਪੜ੍ਹਾਉਣ ਦਾ ਖਿਆਲ ਛੱਡ ਦਿਓ ਤੁਸੀਂ, ਇਹ ਪੜ੍ਹੇ ਹੋਏ ਨੇ। ਤੇ ਇਸ ਲਈ ਇਹ ਤਾਂ ਜਿਹੜਾ ਹੈ ਮਾਲਕ ਸਭ ਵਿਦਿਆਵਾਂ ਜਾਣਦਾ ਹੈ, ਇਹ ਤੇ ਸਭ ਵਿਦਿਆਵਾਂ ਜਾਣਦੇ ਨੇ। ਤੇ ਜੋ ਤੁਹਾਡੇ ਮਨ ਦੇ ਵਿੱਚ ਖਿਆਲ ਹੈ ਨਾ ਕਿ ਮੇਰੇ ਪੁੱਤਰ ਨੂੰ ਲੇਖਾ ਜੋਖਾ ਆਉਣਾ ਚਾਹੀਦਾ ਹੈ, ਇਹ ਤੇ ਪੜ੍ਹੇ ਹੋਏ ਨੇ ਪਹਿਲਾਂ ਹੀ, ਇਹਨਾਂ ਨੂੰ ਮੈਂ ਨਹੀਂ ਪੜ੍ਹਾ ਸਕਦਾ। ਦੀਪ ਦਿਪਾਏ ਬ੍ਰਿਤਾਸ ਸਮਾਹੀ, ਤਮ ਹਰ ਬੇ ਕੋ ਨਰ ਉਦਤਾਈ। ਇਸ ਲਈ ਜਿਹੜਾ ਹੈ ਇੱਥੇ ਉਦਾਹਰਨ ਦਿੱਤੀ। ਫਿਰ ਗੋਪਾਲ ਪਾਂਧਾ ਜੀ ਕਹਿੰਦੇ ਸੂਰਜ ਦੇ ਸਾਹਮਣੇ ਜੇਕਰ ਕੋਈ ਦੀਵਾ ਜਗਾ ਦੇਵੇ ਤੇ ਦੀਵਾ ਇਹ ਕਵੇ ਕਿ ਅਸਲ ਦੇ ਵਿੱਚ ਮੇਰੀ ਰੌਸ਼ਨੀ ਜ਼ਿਆਦੀ ਹੈ, ਫਿਰ ਤੇ ਉਹ ਬੇਸਮਝੀ ਹੈ ਨਾ ਉਹਦੀ। ਸੂਰਜ ਦੇ ਸਾਹਮਣੇ ਦੀਵੇ ਦੀ ਕੀ ਔਕਾਤ ਹੈ? ਗੁਰੂ ਨਾਨਕ ਪਾਤਸ਼ਾਹ ਸੂਰਜ ਦੀ ਤਰ੍ਹਾਂ ਹੈ। ਗੋਪਾਲ ਪਾਂਧਾ ਜੀ ਕਹਿੰਦਾ ਮੈਂ ਤੇ ਇੱਕ ਦੀਵੇ ਦੀ ਤਰ੍ਹਾਂ ਹੈ। ਤੇ ਦੀਵੇ ਦੀ ਲਾਟ ਜਿਹੜੀ ਹੈ ਨਾ ਰੌਸ਼ਨੀ, ਉਹ ਸੂਰਜ ਦੀ ਰੌਸ਼ਨੀ ਨੂੰ ਮੱਧਮ ਨਹੀਂ ਕਰ ਸਕਦੀ। ਇਸ ਲਈ ਬੇਸ਼ੱਕ ਕੋਈ ਵੀ ਜਿਹੜਾ ਹੈ ਕਿੰਨਾ ਵੀ ਉਦਮ ਕਰੇ, ਉਹ ਹਨੇਰਾ ਦੂਰ ਨਹੀਂ ਕਰ ਸਕਦਾ ਜਿਹੜਾ ਕਹਿ ਲਓ ਕਿ ਦੀਵਾ ਹੈ, ਕਿਉਂਕਿ ਦੀਵੇ ਦੀ ਆਪਣੀ ਲਿਮਿਟ ਹੈ, ਇੱਕ ਲਾਈਟ ਦੀ ਆਪਣੀ ਲਿਮਿਟ ਹੈ, ਉਹ ਕੁਝ ਦਾਇਰੇ ਤੱਕ ਹੀ ਰੋਸ਼ਨ ਕਰ ਸਕਦੀ ਹੈ। ਪਰ ਸੂਰਜ ਜਿਹੜਾ ਹੈ ਉਹ ਕੋਨੇ-ਕੋਨੇ ਨੂੰ ਰੋਸ਼ਨ ਕਰ ਦਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਇੱਕ ਸੂਰਜ ਦੀ ਤਰ੍ਹਾਂ ਹੈ, ਮੈਂ ਇੱਕ ਦੀਵੇ ਦੀ ਤਰ੍ਹਾਂ। ਮੇਰੀ ਹੈਸੀਅਤ ਨਹੀਂ ਕਿ ਮੈਂ ਇਹਨਾਂ ਨੂੰ ਜਿਹੜਾ ਕੁਝ ਗਿਆਨ ਬਖਸ਼ ਸਕਾਂ, ਮੈਂ ਤੇ ਖੁਦ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ। ਦੀਪਕ ਤੇ ਕਿਆ ਹੋਏ ਪ੍ਰਕਾਸ਼ਾ, ਫੀਕੀ ਪ੍ਰਭਾ ਪਰੇ ਅਗਤਾਸਾ। ਗੋਪਾਲ ਪਾਂਧਾ ਜੀ ਕਹਿੰਦੇ ਦੀਵੇ ਵਿਚਾਰੇ ਦੀ ਕੀ ਰੌਸ਼ਨੀ ਹੈ ਕਿ ਉਹਦਾ ਫਿੱਕਾ ਪ੍ਰਕਾਸ਼ ਜਿਹੜਾ ਹੈ ਨਾ ਸੂਰਜ ਦਾ ਮੁਕਾਬਲਾ ਕਰ ਸਕੇ। ਸੁਤ ਉਸਤਤ ਸੁਨ ਸ਼ਰੁਤ ਮੈਂ ਕਾਲੂ, ਬਿਨ ਸ਼ਰਧਾ ਉਰ ਹਰਖ ਵਿਸਾਲੂ। ਜਦ ਬਾਬਾ ਮਹਿਤਾ ਕਾਲੂ ਜੀ ਨੇ ਇਹ ਬਚਨ ਸੁਣੇ ਨੇ ਨਾ ਕੰਨਾਂ ਦੇ ਨਾਲ, ਪੁੱਤਰ ਦੀਆਂ ਸਿਫਤਾਂ ਸੁਣੀਆਂ ਨੇ, ਤੇ ਦਿਲ ਵਿੱਚ ਇੱਕ ਪ੍ਰਕਾਰ ਬੜਾ ਜਿਹੜਾ ਹੈ ਨਾ ਆਨੰਦ ਜਿਹਾ ਆਇਆ, ਖੁਸ਼ੀ ਆਈ ਕਿ ਮੇਰਾ ਬੱਚਾ ਇੰਨਾ ਲਾਇਕ ਹੈ ਕਿ ਗੋਪਾਲ ਪਾਂਧਾ ਜੀ ਇਹਨਾਂ ਪ੍ਰਥਾਏ ਜੋ ਗੱਲਾਂ ਕਹਿ ਰਹੇ ਨੇ। ਇਸ ਲਈ ਇਹ ਗੱਲਾਂ ਸੁਣ ਕੇ, ਸਿਫਤਾਂ ਸੁਣ ਕੇ, ਵਡਿਆਈਆਂ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਦਿਲੋਂ ਦਿਲ
ਅੰਦਰੋਂ ਅੰਦਰੀ ਪ੍ਰਸੰਨ ਹੁੰਦੇ ਹਨ। हट कर कर आवत पासो करन लगियो कारज निज सो। ਫਿਰ ਉਹ ਆਪਣੇ ਘਰ ਦੇ ਵਿੱਚ ਆ ਗਏ ਨੇ ਤੇ ਨਿੱਜੀ ਕੰਮ ਜੋ ਵੀ ਸੀ ਉਹਨਾਂ ਦਾ ਕਾਰੋਬਾਰ ਕਰਨ ਲੱਗ ਪਏ ਹਨ। श्री नानक की इच्छा जेवा बिचरे बालिक में मिलते वा। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਵੇਂ ਉਹਨਾਂ ਦੀ ਇੱਛਾ ਹੈ, ਜਿਵੇਂ ਉਹਨਾਂ ਦਾ ਮਨ ਕਹਿੰਦਾ ਹੈ, ਉਸੇ ਪ੍ਰਕਾਰ ਉਹ ਆਪਣੇ ਬਾਲਕਾਂ ਦੇ ਵਿੱਚ ਵਿਚਰਦੇ ਹਨ। दोहरा मस्तक आयुत दिपत दुत चित मोहत नर बाल। कमल दलन से दृग ललित आल्य लाज विशाल। ਗੁਰੂ ਸਾਹਿਬ ਜੀ ਦਾ ਜੋ ਮੱਥਾ ਹੈ ਨਾ, ਉਹ ਮਾਨੋ ਕਿ ਨੂਰਾਨੀ ਹੈ, ਚੌੜਾ ਹੈ, ਜਿਹੜਾ ਸਾਰੇ ਮਾਨੋ ਕਿ ਜਿਹੜਾ ਹੈ ਇਸਤਰੀਆਂ ਮਰਦਾਂ ਦਾ ਮਨ ਮੋਹਣ ਵਾਲਾ ਹੈ। ਤੇ ਗੁਰੂ ਸਾਹਿਬ ਜੀਆਂ ਮਾਲਕ ਦੀਆਂ ਜਿਹੜੀਆਂ ਅੱਖਾਂ ਨੇ, ਪਾਵਨ ਨੇਤਰ ਨੇ, ਉਹ ਤੇ ਇਸ ਪ੍ਰਕਾਰ ਦੇ ਨੇ ਜਿਵੇਂ ਕਿ ਕਮਲ ਦੇ ਪੱਤਰ ਹੋਣ, ਪੰਖੜੀਆਂ ਹੋਣ, ਉਸ ਪ੍ਰਕਾਰ ਦੇ। ਤੇ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਕਤੀ ਹੈ, ਆਪ ਸਮਰੱਥ ਨੇ, ਵਿਸ਼ਾਲ ਹਨ। चौपई दसन दमक अदरन मद ऐसे गिरा सदन ही रावल जैसे। ਬੁੱਲ੍ਹਾਂ ਵਿੱਚ ਦੰਦ ਜਿਹੜੇ ਨੇ ਮਾਨੋ ਕਿ ਚਮਕ ਮਾਰ ਰਹੇ ਨੇ, ਕਵੀ ਜੀ ਕਹਿੰਦੇ ਚਮਕਾ ਰਹੇ ਨੇ, ਜਿਵੇਂ ਕਿ ਅਸਲ ਦੇ ਵਿੱਚ ਇੱਥੇ ਉਦਾਹਰਨ ਦਿੱਤੀ, ਗਿਰਾ ਸਦਨ ਹਰਿਆਵਲ ਜੈਸੇ, ਜਿਵੇਂ ਕਿ ਮਾਨੋ ਕਿ ਸਰਸਵਤੀ ਦੇ ਘਰ ਹੀਰਿਆਂ ਦੀਆਂ ਲੜੀਆਂ ਜੜੀਆਂ ਹੋਣ। ਗੁਰੂ ਸਾਹਿਬ ਜੀ ਦਾ ਪਾਵਨ ਮੁਖ ਇਹਨਾਂ ਬੁੱਲ੍ਹਾਂ ਦੇ ਹੋਠਾਂ ਦੇ ਵਿੱਚ ਪਿੱਛੇ ਜਿਹੜਾ ਹੈ ਦੰਦ ਐਵੇਂ ਜਿਹੜਾ ਹੈ ਚਮਕ ਰਹੇ ਹਨ। ਕੁਝ ਸੁੰਦਰ ਕਰ ਸਜਤ ਕੀਊਰਾ ਕਲ ਕੁੰਡਲ ਸ਼ੋਨਨ ਛਬਰੂਰਾ। ਇਸ ਪ੍ਰਕਾਰ ਸਤਿਗੁਰੂ ਜੀ ਦੇ ਪਾਵਨ ਹੱਥ ਜਿਹੜੇ ਨੇ ਕਰ ਕਮਲ ਵੀ ਫੱਬ ਰਹੇ ਹਨ ਤੇ ਗੁਰੂ ਸਾਹਿਬ ਜੀ ਬਹੁਤ ਸ਼ੋਭਾ ਪਾ ਰਹੇ ਹਨ। ਜਿਹੇ ਰਹਿ ਕਰੁਣਾ ਕੀ ਕੋਰਾ ਤਾਏ ਪਵੋ ਦਿਦ ਤੇ ਦੋ ਤੋਰਾ। ਜਿਹੜਾ ਵੀ ਇਸ ਮਿਹਰ ਦੇ ਮਟਕੇ ਨੂੰ ਵੇਖਦਾ ਹੈ, ਕਹਿਣ ਤੋਂ ਭਾਵ ਕਿ ਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨ ਕਰਦਾ ਹੈ, ਉਹਨਾਂ ਨੂੰ ਸੰਸਾਰ ਸਾਗਰ ਦੇ ਵਿੱਚ ਆਸਰਾ ਮਿਲ ਜਾਂਦਾ ਹੈ, ਡੁੱਬਣੋਂ ਬਚ ਜਾਂਦੇ ਹਨ। ਇੱਕ ਬਾਸੁਰ ਕਾਗਦ ਕੁਛ ਲੀਨੇ ਲਖ ਪੋਥੀ ਸੀ ਕਰੇ ਅਸੀਂ। ਗੁਰੂ ਸਾਹਿਬ ਜੀ ਬੈਠੇ ਨੇ, ਇੱਕ ਦਿਨ ਬਾਲ ਅਵਸਥਾ ਹੈ ਤੇ ਮਾਲਕ ਜੀ ਨੇ ਕੁਝ ਕਾਗਜ਼ ਲਏ ਨੇ ਤੇ ਇੱਕ ਛੋਟੀ ਪੋਥੀ ਜਿਹੜੀ ਹੈ ਉਹ ਫੜ ਲਈ। ਜੇ ਜੇ ਕੁਲ ਉਪਜੈ ਜੋ ਜੋ ਦੇਖ ਵੱਡਨ ਸਿਸਕੇ ਲੈ ਸੋ। ਜਿਸ ਜਿਸ ਕੁਲ ਵਿੱਚ ਕੋਈ ਜਨਮ ਲੈਂਦਾ ਹੈ, ਉਹ ਜਿਹੇ ਉਹ ਕਰਮ ਕਰਦਾ ਹੈ। ਕਰ ਮੈਂ ਕਹੇ ਕਰੇ ਤਿਉ ਲੀਲਾ ਪਤਿਤ ਉਦਾਹਰਨ ਬਿਰਦ ਗਹੀਲਾ। ਹੱਥ ਵਿੱਚ ਸਤਿਗੁਰੂ ਜੀ ਨੇ ਉਹ ਕਾਗਜ਼ ਪਕੜੇ ਨੇ, ਕਿਤਾਬ ਪਕੜੀ ਹੈ ਤੇ ਉਹ ਫਿਰ ਬਾਲ ਲੀਲਾਵਾਂ ਹੁਣ ਕਰਨ ਲੱਗੇ ਨੇ। ਮਾਨੋ ਕਿ ਉਹ ਪਾਪੀਆਂ ਦਾ ਉਧਾਰ ਕਰਨ ਵਾਸਤੇ ਧਰਮ ਚਿਹਨ ਨੂੰ ਜਿਹੜਾ ਹੈ ਗ੍ਰਹਿਣ ਕਰਨ ਵਾਲੇ ਹਨ। ਦੋਹਰਾ ਕਾਲੂ ਚਲਤ ਸਕਾਲ ਮੈਂ ਆਏ ਲਾਲ ਕਲ ਦੇਖ। ਬੋਲਿਓ ਬੋਲ ਬਿਲਾਸ ਕੇ ਪ੍ਰੇਮ ਤਰੇ ਜਿਉ ਬੇਖ। ਗੁਰੂ ਸਾਹਿਬ ਜੀ ਜਦੋਂ ਲੀਲਾ ਕਰ ਰਹੇ ਨੇ ਨਾ, ਕੌਤਕ ਕਰਨ ਲੱਗੇ ਨੇ ਤੇ ਬਾਬਾ ਮਹਿਤਾ ਕਾਲੂ ਜੀ ਉੱਥੇ ਆ ਗਏ ਨੇ। ਕਾਲੂ ਚਲ ਤਿਸ ਕਾਲ ਮਹਿ, ਉਸ ਸਮੇਂ ਬਾਬਾ ਮਹਿਤਾ ਕਾਲੂ ਜੀ ਆਪਣੇ ਜਿਹੜਾ ਹੈ ਪੁੱਤਰ ਨੂੰ ਵੇਖ ਰਹੇ ਨੇ ਕਿ ਇਹ ਕਿਹੋ ਜਿਹੀ ਲੀਲਾ ਕਰ ਰਹੇ ਨੇ। ਇਹ ਵੇਖ ਕੇ ਫਿਰ ਬਚਨ ਕਹੇ ਨੇ ਤੇ ਗੁਰੂ ਸਾਹਿਬ ਜੀ ਦੇ ਲਿਬਾਜ ਨੂੰ ਵੇਖਿਆ ਹੈ ਤੇ ਪ੍ਰੇਮ ਦੇ ਨਾਲ ਆਪਣੇ ਬੱਚੇ ਨੂੰ ਤੱਕ ਰਹੇ ਹਨ। ਚੌਪਈ ਕਹੋ ਤਾਤ ਕਾਗਦ ਕਰ ਲੀਨੇ ਕਿਆ ਤੁਮ ਪੜੋਸ ਸੁਨ ਮੈਂ ਪੀਨੇ। ਪੁੱਤਰ ਜੀ ਦੱਸੋ, ਤੁਸੀਂ ਆ ਹੱਥਾਂ ਵਿੱਚ ਕੀ ਫੜਿਆ ਹੋਇਆ ਹੈ? ਕੀ ਤੁਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਹੈ ਪੜ੍ਹਾ ਰਹੇ ਹੋ? ਆਪ ਕੀ ਪੜ੍ਹ ਰਹੇ ਹੋ? ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ? ਸਾਨੂੰ ਦੱਸਣਾ ਕਰੋ। ਨੈਕ ਨ ਇਤ ਉਤ ਹੇਰਤ ਕਾਹੂ ਹਿਰਦਾ ਲਗਾਇਓ ਕਾਗਦ ਮਾਹੂ। ਕੋਈ ਵੀ ਅਸਲ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਇੰਦਰੀ ਇੱਧਰ ਉੱਧਰ ਨਹੀਂ ਜਾ ਰਹੀ। ਕਹਿਣ ਤੋਂ ਭਾਵ ਕਿ ਥੋੜਾ ਵੀ ਇੱਧਰ ਉੱਧਰ ਨਹੀਂ ਉਹ ਵੇਖਦੇ। ਸਾਰਿਆਂ ਨੇ ਆਪਣੇ ਹਿਰਦੇ ਕਾਗਜ਼ ਵਿੱਚ ਜਿਹੜਾ ਮਾਨੋ ਕਿ ਜਿਹੜੇ ਕਾਗਜ਼ ਨੇ ਉਹ ਆਪਣੇ ਹਿਰਦਿਆਂ ਨੂੰ ਲਾਏ ਹੋਏ ਨੇ। ਇਸ ਪ੍ਰਕਾਰ ਗੁਰੂ ਸਾਹਿਬ ਜੀ
ਮਾਨੋ ਕਿ ਅਡੋਲ ਅਵਸਥਾ ਵਿੱਚ ਬੈਠੇ ਹੋਏ ਹਨ। ज्यों पंडित वेदांत विचारत नैन न मन को कितहु टारत। ਜਿਵੇਂ ਪੰਡਿਤ ਵੇਦਾਂ ਦੀ ਵਿਚਾਰ ਕਰਦਾ ਹੈ ਨਾ, ਤੇ ਆਪਣੇ ਮਨ ਨੂੰ ਥੋੜਾ ਵੀ ਇੱਧਰ ਉੱਧਰ ਨਹੀਂ ਜਾਣ ਦਿੰਦਾ। सुन कर पिता बचन को बोले संपट विद्रम अमृत खोले। ਪਿਤਾ ਜੀ ਦੀ ਗੱਲ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੋਲੇ ਹਨ। सप्त श्लोकी पढ़ो गीता अर्थ विचारों ते कर प्रीता। ਗੁਰੂ ਸਾਹਿਬ ਜੀ ਕਹਿਣ ਲੱਗੇ ਮੈਂ ਤਾਂ ਜਿਹੜਾ ਹੈ ਸ਼ਬਦ ਸ਼ਲੋਕੀ ਗੀਤਾ ਹੁਣ ਪੜ੍ਹ ਰਿਹਾ ਤੇ ਬੜੀ ਜਿਹੜਾ ਪ੍ਰੀਤ ਦੇ ਨਾਲ ਇਹ ਅਰਥ ਵਿਚਾਰ ਕਰ ਰਿਹਾ ਹਾਂ। जिसके पढ़न विचारन करके शुभ मार्ग पर है हित तरके। ਇਸ ਲਈ ਜਿਹੜਾ ਹੈ ਤੁਸੀਂ ਜੇ ਸਰਵਣ ਕਰਨੀ ਹੈ ਤੇ ਦੱਸੋ, ਇਸ ਦੇ ਪੜ੍ਹਨ ਵਿਚਾਰਨ ਦੇ ਨਾਲ ਜਿਹੜਾ ਹੈ ਮਨੁੱਖ ਨਾਲ ਪਿਆਰ ਸ਼ੁਭ ਮਾਰਗ ਪੈਂਦਾ ਹੈ। दोहरा कालू उर अचरज करत अचरज बचन सुने जो लखने की लालस लगी पूर पूर के साच पने। ਆਪਣੇ ਪੁੱਤਰ ਦੇ ਅਜਿਹੇ ਅਚਰਜਮਈ ਲਫ਼ਜ਼ ਬਚਨ ਸੁਣੇ ਨੇ ਨਾ, ਤੇ ਬਾਬਾ ਮਹਿਤਾ ਕਾਲੂ ਜੀ ਹੈਰਾਨ ਹੋ ਗਏ। ਇਹ ਵੇਖਣ ਦੀ ਲਾਲਸਾ ਜਿਹੜੀ ਹੈ ਵਧੀ ਹੈ ਉਹਨਾਂ ਦੇ ਅੰਦਰ ਕਿ ਮੈਂ ਵੇਖਾਂ ਤੇ ਸਹੀ ਮੇਰਾ ਬੱਚਾ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ। चौपई मुझको पढ़ कर देह सुनाई अर्थ पनो ज्यों पर लखाई। ਬਾਬਾ ਮਹਿਤਾ ਕਾਲੂ ਜੀ ਕਹਿੰਦੇ ਹੇ ਪੁੱਤਰ ਮੈਨੂੰ ਜਿਹੜਾ ਹੈ ਪੜ੍ਹ ਕੇ ਸੁਣਾਓ, ਤੇ ਜੋ ਪੜ੍ਹ ਰਹੇ ਹੋ ਇਹਦੇ ਅਰਥ ਵੀ ਮੈਨੂੰ ਸਮਝਾਉਣਾ ਕਰੋ। सुन पित की बानी सुख खानी अर्थ कहत पेजे दुख हानि। ਗੁਰੂ ਸਾਹਿਬ ਜੀ ਨੇ ਫਿਰ ਆਪਣੇ ਪਿਤਾ ਜੀ ਦੇ ਬਚਨ ਸੁਣੇ ਨੇ, ਤੇ ਜੋ ਉਹ ਚਾਹੁੰਦੇ ਸਨ ਫਿਰ ਉਸ ਲੋਕਾਂ ਦੇ ਅਰਥ ਵੀ ਕੀਤੇ ਨੇ ਤੇ ਉਚਾਰਨ ਵੀ ਕੀਤੀ। अर्थ बखानियो सतगुर पूरे पवतारन को जे पद रूरे। ਮਾਲਕ ਜੀ ਨੇ ਫਿਰ ਜਿਹੜਾ ਹੈ ਅਰਥ ਸ਼ੁੱਧ ਲਫ਼ਜ਼ਾਂ ਦੇ ਵਿੱਚ ਵਚਨਾਂ ਦੇ ਵਿੱਚ ਫਿਰ ਕਰਕੇ ਸੁਣਾਏ ਨੇ। ਸਤਿਗੁਰੂ ਜੀ ਇਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਹਨ। बचन बदत अद्भुत लगरी गीता सुनत तात मृग कंटक प्रीता। ਅਸਲ ਦੇ ਵਿੱਚ ਜਦੋਂ ਅਚਰਜਮਈ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਅਰਥ ਕਰ ਰਹੇ ਨੇ ਨਾ, ਬਾਬਾ ਮਹਿਤਾ ਕਾਲੂ ਜੀ ਸੁਣ ਸੁਣ ਕੇ ਹੈਰਾਨ ਹੋ ਰਹੇ ਨੇ। ਉਹ ਤੇ ਅਡੋਲ ਮਾਨੋ ਕਿ ਗਵਾਚ ਹੀ ਗਿਆ ਕਿ ਮੈਂ ਬੈਠਾ ਕਿੱਥੇ। ਇਸ ਪ੍ਰਕਾਰ ਗੁਰੂ ਸਾਹਿਬ ਜੀ ਅਰਥ ਕਰ ਰਹੇ ਨੇ, ਤੇ ਮਾਲਕ ਜੀ ਨੇ ਫਿਰ ਜੋ ਪਿਤਾ ਜੀ ਚਾਹੁੰਦੇ ਸਨ ਉਹ ਕਰਕੇ ਦਿਖਾਇਆ ਹੈ। प्रथम पाठ कर परम प्रवीणा गिरा मधुर सुंदर रसलीना। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਪਹਿਲਾਂ ਜਿਹੜਾ ਹੈ ਸ਼ਲੋਕ ਉਚਾਰੇ ਨੇ, ਤੇ ਫਿਰ ਮਿੱਠੀ ਰਸਮਈ ਬਾਣੀ ਦੇ ਨਾਲ ਵਚਨਾਂ ਦੇ ਨਾਲ ਉਹ ਫਿਰ ਰਸਮਈ ਮਾਨੋ ਕਿ ਅਰਥ ਕਰ ਰਹੇ ਹਨ। बहुर अर्थ कर सब समझायो तात परे जो ते मैं पायो। ਫਿਰ ਜਿਹੜਾ ਹੈ ਅਰਥ ਵੀ ਕਰਦੇ ਜਾ ਰਹੇ ਨੇ, ਨਾਲ ਆਪਣੇ ਪਿਤਾ ਜੀ ਨੂੰ ਸਮਝਾਉਂਦੇ ਵੀ ਜਾ ਰਹੇ ਹਨ। सुन कर कालू करत विचारा पुन पांधे को बचन चितारा। ਬਾਬਾ ਮਹਿਤਾ ਕਾਲੂ ਜੀ ਨੇ ਇਹ ਵਿਚਾਰ ਕੀਤੀ ਹੈ, ਤੇ ਨਾਲ ਸੋਚ ਰਹੇ ਨੇ ਜੋ ਪਾਂਧਾ ਜੀ ਨੇ ਕਿਹਾ ਸੀ ਨਾ, ਗੋਪਾਲ ਪਾਂਧਾ ਜੀ ਨੇ, ਤੇ ਗੱਲ ਤੇ ਸੱਚੀ ਹੈ। ਉਹਨਾਂ ਨੇ ਜੋ ਗੱਲ ਕਹੀ ਸੀ ਕਿ ਇਹਨਾਂ ਨੂੰ ਕੋਈ ਪੜ੍ਹਾ ਨਹੀਂ ਸਕਦਾ। ਜੋ ਇਹਨਾਂ ਕੋਲ ਵਿਦਿਆ ਹੈ ਉਹ ਕਿਸੇ ਕੋਲ ਵੀ ਨਹੀਂ। ਤੇ ਹੁਣ ਉਹ ਚਿਤਾਰਦੇ ਨੇ ਬਚਨਾਂ ਨੂੰ। सत बदत मत मित अतया की बेलग मैं एती मत काकी। ਉਹਨਾਂ ਨੇ ਸੱਚ ਕਿਹਾ ਸੀ। ਇਹ ਤੇ ਜਿਹੜਾ ਹੈ ਮਾਨੋ ਕਿ ਅਨੰਤ ਬੁੱਧੀ ਵਾਲੇ ਨੇ, ਕੋਈ ਅੰਤ ਨਹੀਂ, ਲਿਮਟ ਕੋਈ ਨਹੀਂ। ਕਿਤਨਾ ਗਿਆਨ ਹੈ ਇਹਨਾਂ ਦੇ ਅੰਦਰ, ਛੋਟੀ ਜੀ ਆਰਬਲਾ ਹੈ, ਤੇ ਇਹਨਾਂ ਦੀ ਬੁੱਧੀ ਜਿਹੜੀ ਹੈ ਉਹ ਤੇ ਬਹੁਤ ਸ੍ਰੇਸ਼ਟ ਹੈ। दोहरा जनक गयो सुन कर सदन नानक जननी संग बचनन सो बरनन करी सब विदर दे उमंग। ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਜਦੋਂ ਇਹ ਬਚਨ ਸੁਣੇ ਨੇ, ਤੇ ਪਿਤਾ ਜੀ ਫਿਰ ਉੱਠ ਕੇ
ਮਾਤਾ ਤ੍ਰਿਪਤਾ ਜੀ ਕੋਲ ਗਏ ਨੇ, ਆਪਣੀ ਸੁਪਤਨੀ ਕੋਲ ਜਾ ਕੇ ਬੈਠੇ ਨੇ ਤੇ ਜੋ ਉਹਨਾਂ ਨੇ ਵੇਖਿਆ, ਜੋ ਸੁਣਿਆ, ਉਹ ਦੱਸਣ ਲੱਗੇ ਨੇ। ਆਪਣੇ ਹਿਰਦੇ ਦੀ ਸਾਰੀ ਗੱਲ ਜਿਹੜੀ ਹੈ ਨਾ, ਉਹ ਬਿਆਨ ਕਰ ਦਿੱਤੀ ਆਪਣੀ ਪਤਨੀ ਅੱਗੇ ਕਿ ਆਪਣਾ ਪੁੱਤਰ ਤੇ ਇੰਨਾ ਗਿਆਨਵਾਨ ਹੈ ਜਿਹਦਾ ਕੋਈ ਹੱਦ ਬਣਾ ਹੀ ਨਹੀਂ ਹੈ। ਭਾਵ ਉਹ ਸ੍ਰੇਸ਼ਟ ਗੁਣਾਂ ਦਾ ਮਾਲਕ ਹੈ। ਅੱਜ ਉਹਨਾਂ ਨੇ ਜੋ ਕੀਤਾ, ਮੈਂ ਤੇ ਹੈਰਾਨ ਹੋ ਗਿਆ। ਤੇ ਇਸ ਲਈ ਹੁਣ ਸੋਚ ਵਿਚਾਰ ਕਰ ਰਹੇ ਨੇ ਤੇ ਸਭ ਕੁਝ ਜਿਹੜਾ ਹੈ, ਮੰਨ ਲਓ ਕਿ ਹੁਣ ਪੰਡਤ ਜੀ ਦਾ ਵੀ ਕਹਿਆ ਹੋਇਆ ਜਿਹੜਾ ਸੀ, ਜੋਤਸ਼ੀ ਦਾ ਵੀ, ਗੋਪਾਲ ਪਾਂਧੇ ਦਾ ਵੀ, ਤੇ ਇੱਥੋਂ ਤੱਕ ਜਿਹੜਾ ਹੈ ਦੌਲਤਾਂ ਦਾ ਹੀ, ਸਾਰਿਆਂ ਨੇ ਜੋ ਜੋ ਬਚਨ ਕਹੇ ਸਨ ਉਹ ਯਾਦ ਕਰਦੇ ਨੇ ਬੈਠ ਕੇ ਕਿ ਸਾਡਾ ਇਹ ਪੁੱਤਰ ਆਮ ਬਾਲਕਾਂ ਵਰਗਾ ਨਹੀਂ ਹੈ, ਇਹ ਅਵਤਾਰੀ ਹੈ। ਤੇ ਇਸ ਪ੍ਰਕਾਰ ਇਹ ਗੱਲਾਂ ਬਾਤਾਂ ਹੁਣ ਕਰਦੇ ਨੇ। ਤੇ ਕਿਵੇਂ ਹੁਣ ਗੁਰੂ ਸਾਹਿਬ ਜੀ ਅੱਗੇ ਫਿਰ ਸੰਸਾਰ ਤੇ, ਪਰਿਵਾਰ ਤੇ ਆਪਣੇ ਸਾਥੀਆਂ ਤੇ ਕਿਰਪਾ ਕਰਦੇ ਨੇ। ਕਿਵੇਂ ਸਤਿਗੁਰੂ ਜੀ ਹੁਣ ਤਲਵੰਡੀ ਦੇ ਵਿੱਚ ਮਾਨੋ ਕਿ ਖੇਡ ਆਰੰਭ ਕਰਦੇ ਨੇ, ਬਾਲ ਲੀਲਾ। ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਮਾਲਕ ਕਿਰਪਾ ਕਰਨ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼ੀ, ਹੇ ਪੂਰਨ ਹੈ ਸਰਬ ਮੈਂ, ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾ, ਰਾਹੋ ਹੀਐ ਪਰੋ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।